ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ ਸ਼ਬਦ ਗੁਰੂ ਜਹਰਾ ਜ਼ਹੂਰ ਹਾਜ਼ਰਾ ਹਜ਼ੂਰ ਤਖਤ 'ਤੇ ਬਿਰਾਜਮਾਨ ਦਸੂ ਪਾਤਸ਼ਾਹੀਆਂ ਦੀ ਜਗਦੀ ਜੋਤ ਕਲਯੁਗ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਮੋ, ਸਗਲ ਤਾਂ ਜੀਨ ਗਗਨ ਦੌਰਾਵਾਂ। ਆਪਣੇ ਵਿਚਾਰ ਅਸਵਾਰੀ ਕੀ ਜਾਏ, ਸਹਿਜ ਕੇ ਪਾਵੜੀ ਪੱਗ ਧਰ ਲੀ ਜਾਏ। ਰਹਾਉ ਪਰਮ ਸਨਮਾਨਯੋਗ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਚਾਰ ਨੂੰ ਪ੍ਰਾਰੰਭ ਕਰਨਾ ਹੈ, ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਹੋਏ ਇਹ ਅੰਮ੍ਰਿਤ ਬਚਨ ਰਾਗ ਗੌੜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 329 ਦੇ ਉੱਪਰ ਸਭਾਏਮਾਨ ਹਨ। ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਜਿਵੇਂ ਭਾਈ ਕਿਸੇ ਅਥਰੇ ਘੋੜੇ ਨੂੰ ਕਾਬੂ ਕਰਨ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਜਾਂਦੇ ਨੇ ਤੇ ਉਹਨੂੰ ਹਾਲੀ ਕੱਢਿਆ ਜਾਂਦਾ ਹੈ।
ਇਸੇ ਤਰ੍ਹਾਂ ਜਿਹੜਾ ਇਹ ਮਨ ਹੈ, ਮਨ ਵੀ ਤਾਂ ਉਸ ਘੋੜੇ ਦੀ ਨਿਆਈ ਹੈ। ਹੁਣ ਕਿਸ ਤਰ੍ਹਾਂ ਕਹਿਣ ਲੱਗੇ, ਦੇ ਮੁਹਾਰ ਲਗਾਮ ਪਹਿਰਾਮੋ ਸਗਲਤ ਜੀਨ ਗਗਨ ਦੁਹਰਾਮੋ। ਜਿਵੇਂ ਘੋੜੇ ਨੂੰ ਮੁਹਾਰ ਤੇ ਲਗਾਮ ਦੋ ਸ਼ਬਦ ਨੇ ਅਲੱਗ-ਅਲੱਗ। ਮੁਹਾਰ ਜਿਹਨੂੰ ਅਸੀਂ ਘੋੜੇ ਦੇ ਮੂੰਹ ਦੇ ਵਿੱਚ ਪੈਖੜ ਜਾ ਪਾਉਂਦੇ ਹੁੰਦੇ ਨੇ ਤੇ ਥੱਲੇ ਤੱਕ ਉਹਨੂੰ ਬੰਨ੍ਹਿਆ ਜਾਂਦਾ ਹੈ, ਉਹਨੂੰ ਕਹਿੰਦੇ ਨੇ ਮੁਹਾਰ। ਤੇ ਮੁਹਾਰ ਦੇ ਆਖਰੀ ਅਰਥ ਹੁੰਦੇ ਨੇ ਮੂੰਹ ਬੰਦ ਕਰਨਾ। ਜਿਵੇਂ ਕਿ ਮੂੰਹ ਦੇ ਵਿੱਚ ਪਾ ਕੇ ਤੇ ਉਹਨੂੰ ਥੱਲੇ ਤੰਗ ਜਿਹੜਾ ਘੋੜੇ ਦਾ ਉਹਦੇ ਨਾਲ ਉਹਨੂੰ ਬੰਨ੍ਹਿਆ ਜਾਂਦਾ ਹੈ। ਹੁਣ ਇੱਥੇ ਅਰਥ ਕੀ ਕਰੀਏ? ਦਰਅਸਲ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਹੇ ਭਾਈ, ਮੈਂ ਆਪਣੇ ਜਿਹੜਾ ਮਨ ਰੂਪ ਘੋੜਾ ਨਾ, ਮੈਂ ਆਪਣੇ ਮਨ ਰੂਪੀ ਘੋੜੇ ਨੂੰ ਉਹ ਮੁਹਾਰ ਪਾਉਣੀ ਹੈ। ਨਿੰਦਾ ਤੇ ਉਸਤਤੀ ਵਾਲੀ ਵੀ ਇਹ ਨਾ ਨਿੰਦਿਆ ਕਰੇ ਕਿਸੇ ਦੀ, ਨਾ ਉਸਤਤੀ ਵਾਲੇ ਪਾਸੇ ਜੁੜੇ। ਜੇ ਉਸਤਤੀ ਕਰਨੀ ਹੈ ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਕਰੇ, ਫਿਰ ਕਿਸੇ ਦੀ ਖੁਸ਼ਾਮਦੀ ਕਰਨ ਦੀ ਲੋੜ ਨਹੀਂ। ਇਹ ਮੁਹਾਰ ਉਹਨੂੰ ਪੂਜੀ ਵੀ ਕਹਿੰਦੇ ਨੇ। ਇਹ ਮੈਂ ਉਹ ਆਪਣੇ ਮਨ ਰੂਪੀ ਘੋੜੇ ਨੂੰ ਪਾਉਣਾ ਚਾਹੁੰਦਾ। ਦੇ ਮੁਹਾਰ ਲਗਾਮ ਪਹਿਰਾਮੋ ਸਗਲਤ ਜੀਨ ਗਗਨ ਦੁਹਰਾਮੋ। ਭਾਵ ਕਿ ਮੈਂ ਤਾਂ ਆਪਣੇ ਮਨ ਰੂਪ ਇਸ ਅਥਰੇ ਘੋੜੇ ਨੂੰ ਉਸ ਨਿੰਦਾ ਤੋਂ ਰੋਕਣ ਦੀ ਉਹ ਮੁਹਾਰ ਜਿਹੜੀ ਹੈ, ਉਹ ਮੁਹਾਰ ਦੇ ਕੇ ਤੇ ਫਿਰ ਅੱਗੇ ਲਗਾਮ ਪਹਿਰਾਵੋ। ਤੇ ਕਹਿਣ ਲੱਗੇ ਫਿਰ ਮੈਂ ਪ੍ਰੇਮ ਦੀ ਲਗਨ ਦੀ, ਪ੍ਰੇਮ ਉਸ ਪਰਮਾਤਮਾ ਨਾਲ ਤੇ ਉਹਦੀ ਮੈਂ ਲਗਾਮ ਪਾਵਾਂ, ਉਹ ਮੈਂ ਪਾਉਣਾ ਹਾਂ। ਸਗਲਤ ਜੀਨ ਗਗਨ ਦੁਹਰਾਵੋ। ਕਹਿਣ ਲੱਗੇ ਫਿਰ ਪ੍ਰਭੂ ਨੂੰ ਸਗਲਤ ਹਰ ਥਾਂ ਤੇ ਵਿਆਪਕ ਜਾਣਨਾ, ਫਿਰ ਉਸ ਦਾਤੇ ਨੂੰ ਹਰ ਥਾਂ ਵਿਆਪਕ ਜਾਣਨਾ। ਇਹ ਜੀਨ ਭਾਵ ਕਿ ਮੈਂ ਕਾਠੀ ਦੇ ਕੇ ਗਗਨ ਦੁਹਰਾਵੋ ਤੇ ਮਨ ਨੂੰ ਨਿਰੰਕਾਰ ਅਕਾਲ ਪੁਰਖ ਦੇ ਦੇਸ਼ ਦੀ ਅਡਾਰੀ ਲਵਾਉਂਦਾ ਹਾਂ। ਭਾਵ ਕਿ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਮੈਂ ਜੋੜਦਾ ਹਾਂ। ਉਦਾਹਰਣ ਬਾਹਰਲੀ ਘੋੜੇ ਤੋਂ ਲੈ ਕੇ ਗੱਲ ਇੱਥੇ ਮਨ ਰੂਪ ਘੋੜੇ ਦੀ ਕੀਤੀ, ਕਿਉਂਕਿ ਘੋੜੇ ਮਨ ਨੂੰ ਕਈ ਤਰ੍ਹਾਂ ਨਾਲ ਤਰਜੀਹ ਦਿੱਤੀ ਗੁਰਬਾਣੀ ਨੇ। ਖੋਤੇ ਨਾਲ ਤਰਜੀਹ ਵੀ ਦਿੱਤੀ, ਘੋੜੇ ਨਾਲ ਵੀ ਤਰਜੀਹ ਦਿੱਤੀ। ਤਾਂ ਕਹਿੰਦੇ ਵੀ ਇਹ ਮਨ ਇੱਦਾਂ ਦਾ ਅਥਰਾ ਹੈ, ਛੇਤੀ ਕਾਬੂ ਆਉਣ ਵਾਲਾ ਨਹੀਂ। ਜੇ ਇਹਨੂੰ ਕਾਬੂ ਕਰਨਾ ਤੇ ਪਹਿਲਾ ਕਰਮ ਇਹਦੇ ਜਿਹੜੀ ਮੁਹਾਰ ਪਾਉਣੀ ਪਵੇਗੀ। ਭਾਵ ਕਿ ਉਸ ਤੇ ਨਿੰਦਿਆ ਵਾਲੇ ਪਾਸੋਂ ਰੋਕਣਾ ਪੈਣਾ ਤੇ ਲਗਾਮ ਪਾਉਣੀ ਪੈਣੀ ਆ ਪ੍ਰੇਮ ਦੀ, ਕਿ ਉਸ ਦਾਤੇ ਨਾਲ ਪ੍ਰੇਮ ਕਰੇ। ਤਾਂ ਫਿਰ ਸਗਲਤ ਹਰ ਥਾਂ ਤੇ ਰੱਬ ਨੂੰ ਜਾਣਨਾ, ਫਿਰ ਉਹਦੇ ਤੇ ਕਾਠੀ ਪਾਉਣੀ ਆ। ਉਹ ਕਿਹੜੀ ਹੈ? ਐਸੀ ਕਾਠੀ ਪਾ ਕੇ ਉਸ ਦਾਤੇ ਨਿਰੰਕਾਰ ਪਰਮਾਤਮਾ ਦੇਸ਼ ਦੀ ਅਡਾਰੀ ਲਾਉਣੀ ਹੈ। ਭਾਵ ਕਿ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਦਾ ਹਾਂ। ਅੱਗੇ ਹੁਣ ਭਗਤ ਸਾਹਿਬ ਜੀ ਕਹਿਣ ਲੱਗੇ, ਆਪਣੇ ਵਿਚਾਰ ਅਸਵਾਰੀ ਕੀਜੇ ਸਹਿਜ ਕੇ ਪਾਵੜੇ ਪੱਗ ਧਰ ਲੀਜੇ। ਕਹਿੰਦੇ ਫਿਰ ਆਓ ਭਾਈ ਆਪਣੇ ਵਿਚਾਰ, ਕਹਿੰਦੇ ਆਓ ਆਪਣੇ ਸਰੂਪ ਦੇ ਗਿਆਨ ਰੂਪ ਘੋੜੇ ਉੱਤੇ ਸਵਾਰ ਹੋ ਜਾਈਏ। ਆਪਣੇ ਵਿਚਾਰ ਅਸਵਾਰੀ ਕੀਜੈ। ਕਹਿੰਦੇ ਆਓ ਭਾਈ ਆਪਣੇ ਸਰੂਪ ਸਵੈ ਸਰੂਪ ਦਾ ਗਿਆਨ ਹੋਣਾ ਨਾ, ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਿਉਂ ਆਇਆ ਹਾਂ, ਕੀ ਕਰਨ ਆਇਆ ਹਾਂ, ਇਹ ਸਵੈ ਸਰੂਪ ਦਾ ਗਿਆਨ ਹੈ। ਕਹਿੰਦੇ ਸਵੈ ਸਰੂਪ ਦੇ ਗਿਆਨ ਰੂਪ ਘੋੜੇ ਉੱਤੇ ਸਵਾਰ ਹੋ ਜਾਈਏ। ਭਾਵ ਕਿ ਸਾਡਾ ਅਸਲਾ ਕੀ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਦੇ ਉੱਤੇ ਸਵਾਰ ਹੋਣਾ।
ਤੇ ਹਰ ਵੇਲੇ ਆਪਣੇ ਅਸਲੀ ਦਾ ਚੇਤਾ ਰੱਖਣਾ। ਹਰ ਵੇਲੇ ਇਸ ਗੱਲ ਦਾ ਚੇਤਾ ਰੱਖਣਾ ਕਿ ਮੈਂ ਆਇਆ ਕੀ ਲੈਣਾ, ਮੇਰਾ ਅਸਲਾ ਕੀ ਹੈ, ਮੇਰਾ ਮੁੱਢ ਕੀ ਹੈ। ਤਾਂ ਸਹਿਜ ਕੇ ਪਾਵੜੇ ਪੱਗ ਤਰਲੀ 'ਚ, ਸਹਿਜ ਕੇ ਪਾਵੜੇ। ਕਹਿੰਦੇ ਭਾਈ ਫਿਰ ਆਪਣੇ ਅਕਲ ਰੂਪ ਪੈਰ ਨੂੰ, ਬੁੱਧੀ ਰੂਪੀ ਪੈਰਾਂ ਨੂੰ, ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿੱਚ ਰੱਖਣਾ ਕਰੀਏ। ਸ਼ਬਦ ਬੜੇ ਡੂੰਘੇ ਨੇ, ਇਹਨੂੰ ਬੜੇ ਧਿਆਨ ਨਾਲ ਸੁਣੀਏ। ਅਕਲ ਰੂਪੀ ਪੈਰ ਤੇ ਸਹਿਜ ਅਵਸਥਾ ਰੂਪੀ ਰਕਾਬ ਹੈ, ਕਿਉਂਕਿ ਘੋੜੇ ਦੇ ਚੜ੍ਹਨਾ ਰਕਾਬ ਦੇ ਵਿੱਚ ਪੈਰ ਰੱਖਣਾ ਪਵੇਗਾ ਨਾ। ਹੁਣ ਇੱਥੇ ਰਕਾਬ ਕੀ ਹੈ? ਸਹਿਜ ਅਵਸਥਾ। ਸਹਿਜ ਅਵਸਥਾ ਦੇ ਅਰਥ ਕੀ ਕਰੀਏ? ਅਡੋਲਤਾ। ਅਡੋਲਤਾ ਭਾਵ ਕਿ ਮਨ ਨੂੰ ਟਿਕਾਣੇ ਰੱਖਣਾ, ਮਨ ਨੂੰ ਡੋਲਣ ਨਾ ਦੇਣਾ, ਇੱਦਾਂ ਦੀ ਅਵਸਥਾ ਬਣਾ ਲੈਣੀ। ਤੇ ਪੈਰ ਕੀ ਹੈ? ਅਕਲ ਰੂਪੀ, ਬੁੱਧੀ ਰੂਪੀ। ਉਹ ਅਕਲ ਕਿੱਥੋਂ ਮਿਲਣੀ ਹੈ? ਗੁਰਮਤ ਤੋਂ, ਗੁਰੂ ਤੋਂ। ਭਾਵ ਕਿ ਆਪਣੀ ਅਕਲ ਤਿਆਗ ਕੇ ਗੁਰੂ ਦੀ ਮੱਤ ਧਾਰਨ ਕਰੀਏ, ਤੇ ਗੁਰੂ ਦੀ ਮੱਤ ਧਾਰਨ ਕਰਕੇ ਫਿਰ ਆਪਣੀ ਇਸ ਸਹਿਜ ਅਵਸਥਾ, ਅਡੋਲਤਾ ਰੂਪੀ ਰਕਾਬ ਦੇ ਵਿੱਚ ਪੈਰ ਧਰਨਾ ਕਰੀਏ। ਅੱਗੇ ਫਿਰ ਕੀ ਹੋਵੇਗਾ? ਕਹਿਣ ਲੱਗੇ ਭਾਈ ਚੱਲ ਰੇ ਬੈਕੁੰਠ ਤੁਝੇ ਲੈ ਤਾਰੂ, ਹਿਚ ਹੇਤਾ ਪ੍ਰੇਮ ਕੇ ਚਾਬਕ ਮਾਰੂ। ਫਿਰ ਅੱਗੇ ਕਹਿੰਦੇ ਚੱਲ ਇੱਦਾਂ ਦੀ ਮੈਂ ਤਿਆਰੀ ਕੀਤੀ। ਭਗਤ ਸਾਹਿਬ ਜੀ ਕਹਿੰਦੇ ਮੈਂ ਆਹ ਮੇਰੀ ਤਿਆਰੀ ਹੈ ਜੀ। ਕਹਿੰਦੇ ਇੱਦਾਂ ਮੈਂ ਤਿਆਰੀ ਕਰ ਲਈ, ਆਪਣੇ ਵਿਚਾਰ ਅਸਵਾਰੀ ਕੀਤੇ। ਇਹ ਮੇਰੀ ਤਿਆਰੀ ਆ। ਸਹਿਜ ਕੇ ਪਾਵੜੇ ਪੱਗ ਧਰ ਲੀਜੇ, ਮੇਰੀ ਤਿਆਰੀ ਆ। ਹੁਣ ਕੀ ਹੈ? ਹੁਣ ਚੱਲ ਰੇ ਬੈਕੁੰਠ ਤੁਝੇ ਲੈ ਤਾਰੂ, ਹਿਤ ਹੇਤਾਂ ਪ੍ਰੇਮ ਕੇ ਚਾਬਕ ਮਾਰੂ। ਕਹਿੰਦੇ ਹੇ ਚੱਲ ਮਨਾ, ਚੱਲ ਹੁਣ ਮੈਂ ਤੈਨੂੰ ਉਸ ਦਾਤੇ ਦੇ ਘਰ ਦਾ ਸ਼ਹਿਰ ਕਰਵਾਵਾਂ। ਬੈਕੁੰਠ, ਚੱਲ ਰੇ ਬੈਕੁੰਠ ਤੁਝੇ ਲੈ ਤਾਰੂ। ਹਿਤ ਹੈ, ਜੇ ਰੁਕਣ ਦੀ ਕੋਸ਼ਿਸ਼ ਕਰੇ ਨਾ, ਮਨ ਨੂੰ ਸਮਝਾਇਆ, ਤਾਂ ਪ੍ਰੇਮ ਕੇ ਚਾਬਕ ਮਾਰੂ। ਘੋੜੇ ਨੂੰ ਮਾਰਨ ਵਾਸਤੇ ਚਾਬਕ ਛੋਟਾ ਜਿਹਾ ਰੱਖਿਆ ਜਾਂਦਾ ਸੀ ਜਿਹੜਾ। ਕਹਿੰਦੇ ਚੱਲ ਹੇ ਮਨ ਰੂਪ ਘੋੜਿਆ, ਚੱਲ ਤੈਨੂੰ ਬੈਕੁੰਠ ਦੀ ਸੈਰ ਕਰਾਵਾਂ। ਤੇ ਜੇ ਤੂੰ ਅੜੀ ਕਰੇ ਨਾ, ਕਿਉਂ ਮਨ ਅੜੀਅਲ ਆ ਨਾ, ਅੜੀਅਲ ਘੋੜੇ ਵਰਗਾ ਮਨ। ਤੇ ਜੇ ਘੋੜਾ ਅੜੀ ਕਰੇ ਉਹਨੂੰ ਚਾਬਕਾਂ ਨਾਲ ਮਾਰਿਆ ਜਾਂਦਾ। ਕਹਿੰਦੇ ਤੂੰ ਵੀ ਉਸ ਅੜੀਅਲ ਘੋੜੇ ਵਰਗਾ ਹੀ ਹੈ, ਤੇ ਜੇ ਤੂੰ ਅੜੀ ਕਰੇਗਾ ਤਾਂ ਤੈਨੂੰ ਮੈਂ ਚਾਬਕ ਮਾਰਾਂਗਾ, ਪਰ ਮਾਰਾਂਗਾ ਪ੍ਰੇਮ ਦੇ ਚਾਬਕ। ਉਹ ਪ੍ਰਤੱਖ ਨਹੀਂ, ਪ੍ਰੇਮ ਦੇ ਚਾਬਕ ਮਾਰਾਂਗਾ। ਚੱਲ ਰੇ ਬੈਕੁੰਠ ਤੁਝੇ ਲੈ ਤਾਰੂ, ਹਿਤ ਹੈ ਅੜੇਗਾ ਤਾਂ ਪ੍ਰੇਮ ਕੇ ਚਾਬਕ ਮਾਰੂ। ਫਿਰ ਮੈਂ ਪ੍ਰੇਮ ਦੇ ਚਾਬਕਾਂ ਨਾਲ ਤੈਨੂੰ ਮਾਰਾਂਗਾ। ਤੇ ਕਹਿੰਦੇ ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹੇ ਨਰਾਰਾ। ਕਹਿੰਦੇ ਹੇ ਕਬੀਰ, ਇਹ ਗੱਲ ਕਹਿੰਦਾ ਕਹਿਤ ਕਬੀਰ। ਕਬੀਰ ਇਹ ਗੱਲ ਪੁਕਾਰ ਪੁਕਾਰ ਕੇ ਲੋਕੋ ਤੁਹਾਨੂੰ ਦੱਸ ਰਿਹਾ ਹੈ। ਭਲੇ ਅਸਵਾਰਾ, ਕਹਿੰਦੇ ਇਹੋ ਜਿਹਾ ਸਿਆਣਾ ਅਸਵਾਰ ਹੋਵੇ। ਹੁਣ ਸਾਰੀ ਉੱਤੇ ਡੈਫੀਨੇਸ਼ਨ ਸਮਝਾਈ, ਪਰਿਭਾਸ਼ਾ ਸਮਝਾਈ ਵੀ ਕਿੱਦਾਂ ਦਾ ਅਸਵਾਰ ਹੋਵੇ। ਦੇ ਮੁਹਾਰ, ਮੁਹਾਰ ਪਾ ਲੈਣੀ ਜੀ, ਫਿਰ ਲਗਾਮ ਪਾਉਣੀ। ਮੁਹਾਰ ਦੇ ਅਰਥ ਆਪਾਂ ਕੀਤੇ ਮੂੰਹ ਬੰਦ ਕਰਨਾ, ਮੂੰਹ ਹਾਰ, ਮੂੰਹ ਨੂੰ ਬੰਦ ਕਰਨਾ, ਉਹਨੂੰ ਮੁਹਾਰ ਕਹਿੰਦੇ ਨੇ। ਇਹ ਘੋੜਿਆਂ ਨੂੰ ਪਾਈ ਜਾਂਦੀਆਂ ਨੇ। ਕਹਿੰਦੇ ਆਪਣੇ ਮਨ ਰੂਪ ਘੋੜੇ ਨੂੰ ਮੁਹਾਰ ਪਾਵੇ, ਉਹਦਾ ਮੂੰਹ ਕਰੇ ਬੰਦ ਨਿੰਦਾ ਤੇ ਉਸਤਤੀ ਵਾਲੇ ਪਾਸੋਂ, ਤੇ ਲਗਾਮ ਪਾਈ ਹੋਵੇ। ਕਹਿੰਦੇ ਫਿਰ ਲਗਾਮ ਕਿਹੜੀ? ਪ੍ਰੇਮ ਦੀ। ਇੱਦਾਂ ਦਾ ਕੋਈ ਸਿਆਣਾ ਹੋਵੇ ਅਸਵਾਰ। ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹੇ ਨਰਾਰਾ। ਕਹਿੰਦੇ ਕਹਿ ਕਬੀਰ ਭਾਈ ਤੁਹਾਨੂੰ ਪੁਕਾਰ ਪੁਕਾਰ ਕੇ ਗੱਲ ਸਮਝਾਉਣ ਲੱਗਿਆ। ਆਖਦਾ ਹੈ ਕਿ ਇਹੋ ਜਿਹੇ ਸਿਆਣੇ ਅਸਵਾਰ ਜੋ ਆਪਣੇ ਮਨ ਰੂਪ ਘੋੜੇ ਉੱਤੇ ਸਵਾਰ ਹੁੰਦੇ ਨੇ,
ਉਹ ਫਿਰ ਵੇਦਾਂ ਤੇ ਕਿਤਾਬਾਂ ਨੂੰ ਸੱਚੇ ਝੂਠੇ ਆਖਣ ਦੇ ਝਗੜੇ ਤੋਂ ਫਿਰ ਵੱਖਰੇ ਹੋ ਜਾਂਦੇ। ਵੇਦ ਕਿਤਾਬ ਤੇ ਰਹੇ ਨਾ ਰਾਰਾ, ਫਿਰ ਉਹ ਵੇਦ ਕਿਤਾਬਾਂ ਤੋਂ ਵੱਖਰੇ ਨੇ, ਉਹਨਾਂ ਨੂੰ ਸੱਚ ਝੂਠ ਤੋਂ ਵੱਖਰੇ ਹੋ ਗਏ। ਉਹ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦੇ ਉਪਾਸ਼ਕ ਬਣ ਜਾਂਦੇ ਨੇ। ਭਾਵ ਕਿ ਭਾਈ ਹੋਰਨਾਂ ਮਤਾਂ ਦੇ ਧਰਮ ਪੁਸਤਕਾਂ ਨੂੰ ਨਿੰਦਣ ਦੀ ਥਾਂ ਧਰਮ ਦਾ ਸਹੀ ਰਸਤਾ ਇਹ ਹੈ ਕਿ ਆਪਣੇ ਅਸਲੀ ਪਰਮਾਤਮਾ ਨੂੰ ਅਸੀਂ ਸਦਾ ਚੇਤੇ ਰੱਖੀਏ, ਅਨਦਿਨ ਹਰ ਸਮੇਂ ਉਹਨੂੰ ਕਦੇ ਭੁੱਲੀਏ ਨਾ, ਤੇ ਇਸ ਤਰ੍ਹਾਂ ਮਨ ਨੂੰ ਵਿਕਾਰਾਂ ਵਿੱਚ ਨਾ ਡੁੱਲਣ ਦੇਈਏ। ਜੋ ਮਨੁੱਖ ਸਰਬ ਵਿਆਪਕ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਪ੍ਰੇਮ ਜੋੜਦਾ ਹੈ, ਉਹ ਮਾਨੋ ਫਿਰ ਉਹ ਬੈਕੁੰਠ ਉਸ ਦਾਤੇ ਦੇ ਘਰ ਵਿੱਚ, ਉਸ ਦੀ ਦਰਗਾਹ ਦੇ ਵਿੱਚ ਫਿਰ ਆਨੰਦਮਈ ਜਿਹੜੀਆਂ ਉਡਾਰੀਆਂ ਲਾਉਂਦਾ ਹੈ। ਅੱਗੇ ਭਗਤ ਸਾਹਿਬ ਜੀ ਕਹਿਣ ਲੱਗੇ, ਗੌੜੀ ਕਬੀਰ ਜੀ ਜੇ ਮੁਖ ਪੰਚੋ ਅੰਮ੍ਰਿਤ ਖਾਏ, ਤੇ ਮੁਖ ਦੇਖਤ ਲੂਕਟ ਲਾਏ। ਕਹਿੰਦੇ ਭਾਈ ਜੇ ਮੁਖ ਪੰਚੋ ਅੰਮ੍ਰਿਤ ਖਾਏ, ਜਿਸ ਮੂੰਹ ਦੇ ਨਾਲ ਪੰਜੇ ਹੀ ਉੱਤਮ ਪਦਾਰਥ ਖਾਈ ਦੇ ਨੇ, ਭਾਵ ਕਿ ਮਰਨ ਤੇ ਉਸ ਮੂੰਹ ਨੂੰ ਆਪਣੇ ਸਾਹਮਣੇ ਚਵਾਤੀ ਦੇ ਕੇ ਲਾ ਦਿੰਦੇ ਨੇ। ਤੇ ਮੁਖ ਦੇਖਤ ਲੂਕਟ ਲਾਏ, ਕਹਿੰਦੇ ਜਿਸ ਮੂੰਹ ਦੇ ਨਾਲ ਆ ਉੱਤਮ ਪਦਾਰਥ ਜਿਹੜੇ ਆ ਇਹ ਖਾਣੇ ਹੋ, ਕਹਿੰਦੇ ਇੱਕ ਸਮਾਂ ਆਵੇਗਾ ਫਿਰ ਤੇ ਮੁਖ ਉਸ ਮੂੰਹ ਨੂੰ ਦੇਖਤ ਦੇਖਦਿਆਂ ਲੂਕਟ ਲਾਏ, ਮਰਨ ਤੋਂ ਬਾਅਦ ਕਹਿੰਦੇ ਉਸ ਮੂੰਹ ਨੂੰ ਆਪਣੇ ਸਾਹਮਣੇ ਚਵਾਤੀ ਬਾਲ ਕੇ ਲਾ ਦੇਈਦੀ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਅਰ ਗਰਭ ਬਸੇਰਾ। ਹੇ ਮੇਰੇ ਸੋਹਣੇ ਰਾਮ, ਰਾਮ ਰਾਏ, ਹੇ ਮੇਰੇ ਸੋਹਣੇ ਦਾਤਾ, ਹੇ ਮੇਰੇ ਸੋਹਣੇ ਰਾਮ, ਆ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਆ ਨਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਹੁਣ ਉਹ ਦੁੱਖ ਕਿਹੜਾ ਜੀ? ਅਗਨ ਦਹੇ, ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਤੇ ਜਦੋਂ ਤ੍ਰਿਸ਼ਨਾ ਦੀ ਅੱਗ ਸਾੜਦੀ ਆ ਤੇ ਅੱਗੇ ਗਰਭ ਬਸੇਰਾ, ਫਿਰ ਜਨਮ ਤੇ ਮਰਨ ਦੇ ਗੇੜ ਵਿੱਚ ਪੈ ਜਾਈਦਾ। ਇਹ ਬੜਾ ਵੱਡਾ ਦੁੱਖ ਹੈ। ਭਗਤ ਸਾਹਿਬ ਜੀ ਕਹਿੰਦੇ ਮੇਰੇ ਲਈ ਦੁੱਖ ਹੈ ਇਹ। ਤੇ ਹੇ ਮੇਰੇ ਸੋਹਣੇ ਰਾਮ, ਹੇ ਮੇਰੇ ਦਾਤਾ, ਆ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਤੇ ਗਰਭ ਦਾ ਵਾਸ ਹੈ, ਭਾਵ ਜੋ ਮੁੜ ਮੁੜ ਕੇ ਜੰਮਣਾ ਤੇ ਮਰਨਾ ਪੈਂਦਾ, ਤੂੰ ਕਿਰਪਾ ਕਰ ਦੇ, ਆ ਮੇਰਾ ਦੁੱਖ ਜਿਹੜਾ ਨਾ ਇਹ ਦੁੱਖ ਦੂਰ ਕਰ ਦੇ। ਇਹ ਤ੍ਰਿਸ਼ਨਾ ਦੇ ਅੱਜ ਕੋਈ ਸਾੜੀਦਾ, ਇਹ ਬੜਾ ਵੱਡਾ ਦੁੱਖ ਹੈ। ਜੰਮਣ ਤੇ ਮਰਨ ਦੇ ਗੇੜ ਵਿੱਚ ਪੈ ਜਾਈਦਾ, ਤੇ ਮੇਰੇ ਦਾਤਾ ਤੂੰ ਕਿਰਪਾ ਕਰ, ਇੱਕ ਦੁੱਖ ਕਾਟੋ ਰਾਮ ਰਾਏ। ਹੇ ਸੋਹਣੇ ਦਾਤਾ, ਇਹ ਮੇਰਾ ਦੁੱਖ ਤੂੰ ਨਿਵਰਤ ਕਰ ਦੇ, ਕੱਟ ਦੇ। ਕਾਇਆ ਬਗੂਤੀ ਬਹੁ ਬਿਦ ਭਾਂਤੀ, ਕੋ ਜਾਰੇ ਕੋ ਗੱਡ ਲੈ ਮਾਟੀ। ਕਹਿੰਦੇ ਭਾਈ ਮਰਨ ਦੇ ਪਿੱਛੋਂ ਨਾ ਕਾਇਆ ਬਗੂਤੀ ਬਹੁ ਬਿਦ ਭਾਂਤੀ, ਕੋ ਜਾਰੇ ਕੋ ਗੱਡ ਲੈ ਮਾਟੀ। ਕਹਿੰਦੇ ਮਰਨ ਦੇ ਪਿੱਛੋਂ ਜਿਹੜਾ ਸਰੀਰ ਆ ਨਾ ਕਈ ਤਰ੍ਹਾਂ ਖਰਾਬ ਹੁੰਦਾ ਹੈ। ਕਿਵੇਂ? ਕੋਈ ਇਸ ਨੂੰ ਸਾੜ ਦਿੰਦਾ ਹੈ ਤੇ ਕੋਈ ਇਸ ਨੂੰ ਮਿੱਟੀ ਵਿੱਚ ਦਬਾ ਦਿੰਦਾ ਹੈ। ਇੱਕ ਥਾਂ ਤੇ ਸ਼ਬਦ ਆਵੇਗਾ, ਉਹਦੇ ਅੰਦਰ ਇਹ ਸਾਰਾ ਬਿਆਨ ਕੀਤਾ ਵੀ ਕਿਵੇਂ ਕਿਵੇਂ ਲੋਕ ਕਿਸੇ ਸਰੀਰ ਦੀ ਕੋਈ ਪਾਣੀ ਵਿੱਚ ਸੁੱਟਦੇ ਨੇ। ਇੱਕ ਫਿਰ ਹਸਨ ਪਾਹੇ, ਇੱਕ ਜਿਹੜੇ ਪਾਰਸੀ ਨੇ ਉਹ ਖੂਹ ਬਣਾਇਆ ਹੁੰਦਾ, ਖੂਹ ਦੇ ਵਿੱਚ ਲਾਸ਼ ਨੂੰ ਲਮਕਾ ਦਿੰਦੇ, ਕੀੜੇ ਮਕੌੜੇ ਖਾਂਦੇ ਨੇ, ਕੋਈ ਦੱਬ ਦਿੰਦੇ ਨੇ, ਕੋਈ ਸਾੜ ਦਿੰਦੇ ਨੇ, ਅਲੱਗ ਅਲੱਗ
ਪਰ ਭਗਤ ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸਰੀਰ ਆ ਨਾ, ਜਿਹਨੂੰ ਬੜਾ ਸਾਂਭ ਸਾਂਭ ਕੇ ਰੱਖਿਆ ਹੁੰਦਾ ਹੈ, ਅਖੀਰ ਦੇ ਸਮੇਂ ਫਿਰ ਇਹ ਬੜਾ ਹੀ ਤਰ੍ਹਾਂ ਨਾਲ ਖਰਾਬ ਹੁੰਦਾ। ਕੋਈ ਇਹਨੂੰ ਸਾੜਦਾ, ਕੋਈ ਇਹਨੂੰ ਦੱਬ ਦਿੰਦਾ। ਕੋ ਜਾਰੇ ਕੋ ਗੱਡਲੇ ਮਾਟੇ। ਤੇ ਅੱਗੇ ਕਹਿਣ ਲੱਗੇ, ਕਹੋ ਕਬੀਰ ਹਰ ਚਰਨ ਦਖਾਵ, ਪਾਛੇ ਤੇ ਜਮ ਕਿਉਂ ਨਾ ਪਠਾਵੋ। ਕਹਿੰਦੇ ਹੇ ਕਬੀਰ, ਪ੍ਰਭੂ ਦੇ ਦਰ ਤੇ ਹੋ ਆਖ, ਹੇ ਮੇਰੇ ਦਾਤਾ, ਮੈਨੂੰ ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇ। ਕਹੋ ਕਬੀਰ ਹਰ ਚਰਨ ਦਿਖਾਵੋ, ਹੇ ਹਰੀ, ਹੇ ਮੇਰੇ ਦਾਤਾ, ਨਦਰੀ ਕਰਮ ਕਰ ਦਿਓ, ਕਿਰਪਾ ਕਰ ਦਿਓ, ਆਪਣੇ ਚਰਨਾਂ ਦੇ ਦਰਸ਼ਨ ਪਰਸ ਦਿਓ, ਇਹ ਮੈਨੂੰ ਦਿਖਾ ਦਿਓ। ਫਿਰ ਐਂਦੇ ਪਤਾ ਕੀ ਹੈ, ਪਾਛੇ ਤੇ ਜਮ ਕਿਉਂ ਨਾ ਪਠਾਵੋ। ਕਹਿੰਦੇ ਉਹਦੇ ਪਿੱਛੋਂ ਬੇਸ਼ੱਕ ਜਮ ਨੂੰ ਹੀ ਮੇਰੇ ਪ੍ਰਾਣ ਲੈਣ ਲਈ ਘੱਲ ਦੇਵੀ, ਪਰ ਇੱਕ ਵਾਰ ਤੂੰ ਕਿਰਪਾ ਕਰ ਦੇ, ਆਪਣੇ ਦਰਸ਼ਨ ਦੇ, ਆਪਣੇ ਚਰਨ, ਸੋਹਣੇ ਚਰਨਾਂ ਦੇ ਦਰਸ਼ਨ ਮੈਨੂੰ ਬਖਸ਼ ਦੇ। ਤੇ ਫਿਰ ਉਦੋਂ ਬਾਅਦ ਬੇਸ਼ੱਕ ਪਾਛੇ ਤੇ ਜਮ ਕਿਉਂ ਨਾ ਪਠਾਵੋ, ਬੇਸ਼ੱਕ ਮੇਰੇ ਦਾਤਾ ਉਦੋਂ ਬਾਅਦ ਤੂੰ ਜਮਾਂ ਨੂੰ ਹੀ ਘੱਲ ਦੇਵੀਂ ਮੇਰੇ ਕੋਲ, ਮੇਰੇ ਪ੍ਰਾਣ ਲਈ ਜਾਮੀ ਆ ਜਾਣ, ਪਰ ਇੱਕ ਵਾਰ ਤੂੰ ਮੇਰੀ ਇਹ ਬੇਨਤੀ ਸੁਣ, ਅਰਦਾਸ ਸੁਣ, ਕਿਰਪਾ ਕਰ, ਮੈਨੂੰ ਆਪਣੇ ਦਰਸ਼ਨ ਪਰਸ ਦੇ। ਭਾਵ ਕਿ ਨਿਰਾ ਇਸ ਸਰੀਰ ਨੂੰ ਪਾਲਣ ਦੇ ਆਰ ਲੱਗੇ ਰਹਿਣਾ ਜੀਵਨ ਮਨੋਰਥ ਨਹੀਂ ਹੈ, ਤੇ ਨਿਰਾ ਇਹਨੂੰ ਦੁੱਖ ਵੀ ਦੇਣਾ ਕਿ ਰੱਬ ਨੂੰ ਪਾਉਣਾ ਤੇ ਇਹਨੂੰ ਕਿਹੜਾ ਦੁੱਖ ਹੀ ਦੇ ਜਾਣਾ, ਇਹ ਵੀ ਆਰ ਨਹੀਂ ਹੈ। ਇਹਨਾਂ ਦੋਨਾਂ ਤੋਂ ਇੱਕ ਰਸਤਾ ਹੋਰ ਹੈ। ਇੱਕ ਤਾਂ ਪਹਿਲੀ ਗੱਲ ਇਹ ਵੀ ਕੇਵਲ ਤੇ ਕੇਵਲ ਇਸ ਸਰੀਰ ਨੂੰ ਹੀ ਪਾਲਣਾ ਤੇ ਪੋਸ਼ਣ ਵਿੱਚ ਲੱਗੇ ਰਹਿਣਾ, ਉਸ ਦਾਤੇ ਦਾ ਕਦੇ ਸਿਮਰਨ ਨਾ ਕਰਨਾ, ਇਹ ਵੀ ਸਹੀ ਮਨੋਰਥ ਨਹੀਂ। ਦੂਸਰਾ ਕਿ ਰੱਬ ਨੂੰ ਪਾਉਣ ਦੀ ਖਾਤਰ ਇਹਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਵੀ ਦੇਣੇ, ਭੁੱਖਾ ਰੱਖਣਾ, ਪੁੱਠੀ ਲਟਕਣਾ, ਜਲ ਧਾਰੇ ਕਰਨੇ, ਧੂਣੀਆਂ ਧਾਪੜੀਆਂ ਜੇ ਕੰਮ ਕਰਨੇ, ਹੱਠ ਕਰਮ ਜਿਹਨੂੰ ਕਹਿੰਦੇ, ਹੱਠ ਯੋਗ ਜਿਹਨੂੰ ਕਹਿੰਦੇ, ਹੱਠ ਕਰਮ ਹੱਠ ਯੋਗ, ਇਹ ਵੀ ਸਹੀ ਮਨੋਰਥ ਨਹੀਂ ਹੈ। ਕਿਉਂਕਿ ਮੌਤ ਆਉਣ ਤੇ ਸਰੀਰ ਨੇ ਆਖਰ ਮਿੱਟੀ ਦੀ ਢੇਰੀ ਹੋ ਜਾਣਾ, ਅਖੀਰ ਨੇ ਖਾਕ ਵਿੱਚ ਮਿੱਟੀ ਵਿੱਚ ਰਲ ਜਾਣਾ। ਤੇ ਜੀਵ ਇੱਥੇ ਆਇਆ ਹੈ ਪ੍ਰਭੂ ਦਾ ਭਜਨ ਤੇ ਬੰਦਗੀ ਕਰਨ ਲਈ। ਇਸ ਕਰਕੇ ਭਗਤ ਸਾਹਿਬ ਜੀ ਕਹਿੰਦੇ, ਭਾਈ ਤੂੰ ਆਇਆ ਇੱਥੇ ਉਸ ਦਾਤੇ ਦਾ ਸਿਮਰਨ ਕਰਨ ਲਈ, ਤੇ ਹੋਰ ਸਾਰੇ ਕਾਰ ਵਿਹਾਰ ਜਿਹੜੇ ਤੈਨੂੰ ਰੱਬ ਨਾਲ ਤੋੜਦੇ ਨੇ ਉਹਨਾਂ ਨੂੰ ਛੱਡ ਕੇ ਦਸਾਂ ਨੌਹਾਂ ਦੀ ਕਿਰਤ ਕਰਿਆ ਕਰ, ਤੇ ਉਸ ਅਕਾਲ ਪੁਰਖ ਦਾਤੇ ਦਾ ਸ਼ੁਕਰਾਨਾ ਕਰਿਆ ਕਰ। ਗੌੜੀ ਕਬੀਰ ਜੀ ਆਪੇ ਪਾਵਕ, ਆਪੇ ਪਵਣਾ ਜਾਰੇ ਖਸਮ, ਤਾਂ ਰਾਖੇ ਕਮਣਾ। ਅਗਲੇ ਸ਼ਬਦ ਰਾਹੀਂ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਜਾਰੇ ਖਸਮ ਤਾਂ ਰਾਖੇ ਕਵਣਾ, ਭਾਵ ਕਿ ਪ੍ਰਭੂ ਆਪ ਹੀ ਅੱਗ ਹੈ, ਆਪ ਹੀ ਹਵਾ ਹੈ। ਆਪੇ ਪਾਵਕ, ਪਾਵਕ ਦੇ ਅਰਥ ਨੇ ਅੱਗ। ਆਪੇ ਪਵਣਾ, ਪਵਨ ਦੇ ਅਰਥ ਨੇ ਹਵਾ। ਕਹਿੰਦੇ ਭਾਈ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਅੱਗ ਹੈ, ਆਪ ਹੀ ਹਵਾ ਹੈ। ਕਹਿੰਦੇ ਗੱਲ ਇੱਕ ਚੇਤੇ ਰੱਖਿਓ, ਜਾਰੇ ਖਸਮ ਤਾਂ ਰਾਖੇ ਕਵਣਾ। ਜੇ ਉਹ ਆਪ ਜੀਵ ਨੂੰ ਸਾੜਨ ਲੱਗੇ ਤਾਂ ਫਿਰ ਦੱਸ ਦਿਓ ਬਚਾਊ ਕੌਣ? ਭਾਵ ਕਿ ਫਿਰ ਕੋਈ ਬਚਾ ਨਹੀਂ ਸਕਦਾ। ਅੱਗ ਵੀ ਆਪ ਹੈ, ਹਵਾ ਵੀ ਆਪ ਹੈ, ਪਾਣੀ ਵੀ ਆਪ ਹੈ। ਭਾਵ ਕਿ ਪੰਜੇ ਜਿਹੜੇ ਤੱਤ ਨੇ ਸਰੀਰ ਦੇ ਉਹ ਪਰਮਾਤਮਾ ਆਪ ਹੀ ਹੈ। ਤੇ ਜੇ ਉਹ ਦਾਤਾ ਸਾੜਨ ਤੇ ਆ ਜਾਵੇ ਤਾਂ ਰੱਖਣ ਵਾਲਾ ਕੌਣ ਹੈ? ਭਾਵ ਜੇ ਉਹ ਮਾਰਨ ਤੇ ਆ ਜਾਵੇ ਤੇ ਫਿਰ ਬਚਾਉਣ ਵਾਲਾ ਕੌਣ ਹੈ? ਭਾਵ ਕਿ ਕੋਈ ਫਿਰ ਬਚਾ ਨਹੀਂ ਸਕਦਾ। ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਿਹਾ ਸਮਾਏ। ਭਾਈ ਜਿਸ ਮਨੁੱਖ ਦੇ ਮਨ ਪ੍ਰਭੂ ਦੇ ਨਾਮ ਵਿੱਚ ਜੁੜ ਰਿਹਾ ਹੋਵੇ ਨਾ, ਜਿਹਦਾ ਮਨ ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਿਹਾ ਸਮਾਏ। ਕਹਿੰਦੇ ਜਿਸ ਮਨੁੱਖ ਦਾ ਮਨ
ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਹੋਵੇ ਨਾ, ਤੇ ਪ੍ਰਭੂ ਦਾ ਸਿਮਰਨ ਕਰਦਿਆਂ ਉਸ ਦਾ ਸਰੀਰ ਵੀ ਭਾਵੇਂ ਸੜ ਜਾਏ ਪਰ ਉਹ ਰਤਾ ਪ੍ਰਵਾਹ ਨਹੀਂ ਕਰਦਾ। ਚੁਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਜਿਹਦੇ ਚਾਰੇ ਪਾਸੇ ਚੁਗਿਰਦ ਰਾਮਕਾਰ, ਉਸ ਦਾਤੇ ਦੇ ਨਾਮ ਵਾਲੀ ਕਾਰ ਹੋਵੇ ਨਾ। ਇੱਕ ਤਾਂ ਰਾਮਕਾਰ ਉਹ ਕਹਿੰਦੇ ਨਾ ਜਿਹੜੀ ਲਕੀਰ ਰਾਮ ਚੰਦਰ ਨੇ ਕੱਢੀ ਸੀ, ਪਰ ਫਿਰ ਵੀ ਰਾਵਣ ਸੀਤਾ ਦਾ ਹਰਨ ਕਰਕੇ ਲੈ ਗਿਆ ਸੀ। ਇੱਕ ਰਾਮਕਾਰ ਉਸ ਦਾਤੇ ਦੇ ਨਾਮ ਵਾਲੀ ਰਾਮਕਾਰ ਹੈ, ਲਕੀਰ ਹੈ। ਤੇ ਚੁਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ। ਤੇ ਜਿਹਦੇ ਚੁਗਿਰਦ ਚਾਰੇ ਪਾਸੇ ਉਸ ਰਾਮ ਦੇ ਨਾਮ ਦੀ ਕਾਰ ਹੋਵੇ, ਗੁਰਬਾਣੀ ਕਹਿੰਦੀ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਪੋਹ ਹੀ ਨਹੀਂ ਸਕਦਾ। ਭਗਤ ਸਾਹਿਬ ਜੀ ਕਹਿਣ ਲੱਗੇ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚ ਤਰਿਆ ਸਮਾਏ। ਭਾਈ ਜਿਸ ਮਨੁੱਖ ਦਾ ਮਨ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਵੇ, ਪ੍ਰਭੂ ਦਾ ਸਿਮਰਨ ਕਰਦਿਆਂ ਉਹਦਾ ਸਰੀਰ ਵੀ ਬੇਸ਼ੱਕ ਛੱਡ ਜਾਏ ਨਾ, ਕਹਿੰਦੇ ਤਾਂ ਵੀ ਉਹਨੂੰ ਰਤਾ ਪ੍ਰਵਾਹ ਨਹੀਂ ਕਰਦਾ। ਰਤਾ ਵੀ ਉਹਨੂੰ ਪ੍ਰਵਾਹ ਨਹੀਂ ਕਿਸੇ ਦੀ। ਕਾਕ ਜਰੇ ਕਾਹੇ ਹੋਏ ਹਾੜ, ਨਟ ਵਟ ਖਿਲੇ ਸਾਰਗ ਪਾੜ। ਕਾਕੋ ਜਰੇ ਕਾਹੇ ਹੋਈ ਖਾਨ, ਕਿਉਂ? ਕਹਿੰਦੇ ਭਾਈ ਜਿਸ ਮਨੁੱਖ ਦਾ ਮਨ ਉਸ ਪਰਮਾਤਮਾ ਦੇ ਸਿਮਰਨ 'ਚ ਜੁੜਿਆ ਨਾ, ਉਹਨੂੰ ਜਿੰਨਾ ਮਰਜ਼ੀ ਦੁੱਖ ਵੀ ਆ ਜਾਵੇ ਕਿਸੇ ਦੀ ਪਰਵਾਹ ਨਹੀਂ ਕਰਦਾ। ਕਿਉਂ? ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ ਨਾ ਕਿਸੇ ਦਾ ਕੁਝ ਸੜਦਾ ਤੇ ਨਾ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ। ਕਾਕੋ ਜਰੇ ਕਾਏ ਹੋਏ ਖਾਨ, ਨੱਟ ਵੱਟ ਖਿਲੇ ਸਾਰੰਗ ਪਾਣ। ਕਹਿੰਦੇ ਜਿਹੜੇ ਬੰਦਗੀ ਕਰਨ ਵਾਲੇ ਆ ਨਾ, ਉਹਨਾਂ ਨੂੰ ਇਹ ਭਰੋਸਾ ਹੈ, ਇਹ ਨਿਸ਼ਚਾ ਹੈ ਕਿ ਭਾਈ ਜਿਹੜੇ ਬੰਦਗੀ ਸਿਮਰਨ ਕਰਨ ਵਾਲੇ ਆ, ਉਹ ਭਰੋਸਾ ਰੱਖਦੇ ਨੇ ਨਾ ਕਿਸੇ ਦਾ ਕੁਝ ਸੜਦਾ ਤੇ ਨਾ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ। ਪ੍ਰਭੂ ਆਪ ਸਭ ਥਾਈ ਨੱਟ ਵੱਟ ਖੇਲੇ ਸਾਰੰਗ ਪਾੜ। ਨੱਟ ਦੇ ਅਰਥ ਬਾਜੀਗਰ, ਤਮਾਸ਼ੇ ਕਰਨ ਵਾਲੇ। ਕਹਿੰਦੇ ਭਾਈ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਹਰ ਥਾਂ ਤੇ ਵਿਆਪਕ ਹੋ ਕੇ ਇਹ ਸਾਰਾ ਜਗਤ ਰੂਪੀ ਤਮਾਸ਼ਾ ਆਪ ਹੀ ਕਰ ਰਿਹਾ ਹੈ, ਆਪ ਹੀ ਖੇਡ ਰਿਹਾ ਹੈ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਕਹਿੰਦੇ ਇਸ ਵਾਸਤੇ ਹੈ ਕਬੀਰ ਤੂੰ ਇਹ ਨਿੱਕੀ ਜੀ ਗੱਲ ਚੇਤੇ ਰੱਖ, ਅੱਖਰ ਦੋਏ ਭਾਖ, ਕਿ ਇਹ ਨਿੱਕੀ ਜੀ ਗੱਲ ਨੂੰ ਆਪਣੇ ਚੇਤੇ 'ਚ ਰੱਖ। ਕਿਹੜੀ? ਹੋਏਗਾ ਖਸਮ ਤਾਂ ਲੇਗਾ ਰਾਖ, ਕਿ ਜੇ ਖਸਮ ਨੂੰ ਮਨਜ਼ੂਰ ਹੋਵੇਗਾ, ਉਸ ਮਾਲਕ ਨੂੰ ਮਨਜ਼ੂਰ, ਉਸ ਰੱਬ ਦਾਤੇ ਪਰਮੇਸ਼ਰ ਨੂੰ ਮਨਜ਼ੂਰ ਹੋਵੇਗਾ, ਜਿੱਥੇ ਕਿਤੇ ਲੋੜ ਪੈਗੀ ਆਪੇ ਤੈਨੂੰ ਬਚਾ ਲਵੇਗਾ, ਆਪੇ ਰੱਖ ਲਵੇਗਾ। ਬਸ ਉਹਦੇ ਤੇ ਭਰੋਸਾ ਰੱਖ। ਜਿਵੇਂ ਭਗਤ ਪ੍ਰਹਿਲਾਦ ਨੇ ਉਸ ਦਾਤੇ ਤੇ ਭਰੋਸਾ ਰੱਖਿਆ ਜੀ, ਬਚਾਇਆ। ਭਗਤ ਕਬੀਰ ਨੇ ਭਰੋਸਾ ਰੱਖਿਆ। ਭਗਤ ਕਬੀਰ ਸਾਹਿਬ ਜੀ ਦੇ ਕਿੰਨੇ ਤਸੀਹੇ ਦਿੱਤੇ ਗਏ। ਸਮੁੰਦਰ ਵਿੱਚ ਡੋਬਿਆ ਗਿਆ, ਖੂਨੀ ਹਾਥੀ ਦੇ ਅੱਗੇ ਸਿੱਟੇ ਗਏ, ਪਰ ਭਗਤ ਸਾਹਿਬ ਜੀ ਕਹਿੰਦੇ ਮੈਨੂੰ ਉਸ ਦਾਤੇ ਤੇ ਭਰੋਸਾ ਹੈ, ਉਹ ਮੈਨੂੰ ਆਪੇ ਬਚਾਉਣ ਵਾਲਾ ਹੈ। ਜੇ ਉਹ ਬਚਾਉਣ ਵਾਲਾ ਹੈ ਤੇ ਮਾਰ ਕੋਈ ਨਹੀਂ ਸਕਦਾ, ਤੇ ਜੇ ਉਹ ਮਾਰਨ ਵਾਲਾ ਤੇ ਬਚਾ ਕੋਈ ਨਹੀਂ ਸਕਦਾ। ਭਾਵ ਕਿ ਭਗਤ ਸਾਹਿਬ ਜੀ ਕਹਿਣ ਲੱਗੇ ਭਾਈ ਸਿਮਰਨ ਦੀ ਜਿਹੜੀ ਬਰਕਤ ਆ ਨਾ, ਸਿਮਰਨ ਦੀ ਬਰਕਤ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਉਹ ਅਕਾਲ ਪੁਰਖ ਆਪ ਹਰ ਥਾਂ ਤੇ ਰਾਖਾ ਹੈ, ਹਰ ਥਾਂ ਤੇ ਵਿਆਪਕ ਹੈ, ਤੇ ਹੋਰ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ। ਆਪ ਜਗਤ ਦੀ ਹਰੇਕ ਖੇਡ ਖੇਡਣ ਵਾਲਾ ਉਹ ਪਰਮਾਤਮਾ ਆਪ ਹੈ। ਗੌੜੀ ਕਬੀਰ ਜੀ ਦੋ ਪਦੇ, ਨਾ ਮੈਂ ਜੋਗ ਧਿਆਨ ਚਿਤ ਲਾਇਆ, ਬਿਨ ਬਰਾਗ ਨਾ ਛੂਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ,
ਜਪ ਨਾ ਹੋਏ RAM ਨਾਮ ਆਧਾਰ। ਅਗਲੇ ਪਾਵਨ ਸ਼ਬਦ ਅੰਦਰ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਨਾਮ ਹੈ ਜੋਗ ਧਿਆਨ ਚਿਤ ਲਾਇਆ, ਬਿਨ ਬਰਾਗ ਨਾ ਛੂਟ ਸਮਾਇਆ। ਕਹਿਣ ਲੱਗੇ ਵੇਖੋ ਕਿ ਹੇ ਭਾਈ, ਬਿਨ ਬਰਾਗ ਨਾ ਛੂਟ ਸਮਾਇਆ। ਕਹਿੰਦੇ ਮੈਂ ਤਾਂ ਜੋਗ ਦੇ ਦੱਸੇ ਧਿਆਨ ਭਾਵ ਸਮਾਧੀਆਂ ਦਾ ਕਦੇ ਵਿਚਾਰ ਹੀ ਨਹੀਂ ਕੀਤਾ। ਨਾ ਮੈਂ ਜੋਗ ਧਿਆਨ ਚਿਤ ਲਾਇਆ, ਕਹਿੰਦੇ ਮੈਂ ਨਹੀਂ ਕਰਦਾ ਭਾਈ। ਜੋ ਮੈਨੂੰ ਇਹ ਦੱਸਦੇ ਨੇ ਜੋਗ, ਇਹ ਕਦੇ ਮੈਂ ਸਮਾਧੀਆਂ ਨਹੀਂ ਲਾਉਂਦਾ, ਕਦੇ ਮੈਂ ਧਿਆਨ ਨਹੀਂ ਜੋੜਦਾ। ਭਾਵ ਕਿ ਮੈਂ ਤਾਂ ਜੋਗ ਦੇ ਦੱਸੇ ਹੋਏ ਧਿਆਨ ਭਾਵ ਜਿਹੜੀਆਂ ਸਮਾਧੀਆਂ ਨੇ ਉਹਨਾਂ ਨਾਲ ਮੈਂ ਕਦੇ ਗਹੁ ਨਹੀਂ ਕਰਦਾ, ਕਦੇ ਮੈਂ ਤੱਕਦਾ ਨਹੀਂ, ਕਦੇ ਮੈਂ ਵੇਖਦਾ ਨਹੀਂ, ਕਦੇ ਮੈਂ ਲਾਉਂਦਾ ਨਹੀਂ। ਕਿਉਂਕਿ ਇਸ ਨਾਲ ਵਿਰਾਗ ਪੈਦਾ ਨਹੀਂ ਹੋ ਸਕਦਾ। ਤੇ ਜਿੰਨਾ ਜ਼ਿਕਰ ਉਸ ਪਰਮਾਤਮਾ ਦੇ ਪ੍ਰਤੀ ਵਿਰਾਗ ਨਹੀਂ, ਬਿਨ ਵਿਰਾਗ ਨਾ ਛੂਟ ਸਮਾਇਆ। ਕਹਿੰਦੇ ਫਿਰ ਵਿਰਾਗ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ। ਇੱਥੇ ਵਿਰਾਗ ਦੇ ਅਰਥ ਨੇ ਪਰਮਾਤਮਾ ਦੇ ਪ੍ਰਤੀ ਪ੍ਰੇਮ। ਕਹਿੰਦੇ ਜਿੰਨਾ ਚਿਰ ਉਸ ਪਰਮਾਤਮਾ ਦੇ ਪ੍ਰਤੀ ਵਿਰਾਗ ਨਹੀਂ, ਪ੍ਰੇਮ ਨਹੀਂ, ਨਾ ਛੂਟ ਸਮਾਇਆ। ਤੇ ਆਹ ਮਾਇਆ ਜਿਹੜੀ ਉਸ ਰੱਬ ਦੇ ਨਾਲੋਂ ਤੋੜਨ ਵਾਲੀ ਹੈ, ਇਸ ਮਾਇਆ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਕੈਸੇ ਜੀਵਨ ਹੋਏ ਹਵਾਰਾ, ਜਬ ਨਾ ਹੋਏ RAM ਨਾਮ ਆਧਾਰਾ। ਕਹਿਣ ਲੱਗੇ ਮਾਇਆ ਇੰਨੀ ਪ੍ਰਬਲ, ਇੰਨੀ ਸ਼ਕਤੀਵਾਨ ਹੈ ਕਿ ਜੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਆਸਰਾ ਨਾ ਹੋਵੇ ਤਾਂ ਅਸੀਂ ਸਹੀ ਜੀਵਨ ਜਿਉਂ ਹੀ ਨਹੀਂ ਸਕਦੇ। ਕਿਉਂਕਿ ਮਾਇਆ ਦੇ ਰੂਪ ਬੜੇ ਨੇ। ਬੜੀ ਵਾਰ ਮੈਂ ਬੇਨਤੀ ਕਰਦਾ ਹੁੰਦਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸਿਆ, ਉਹਨਾਂ ਨੇ ਗੱਲ ਹੀ ਵਿਖਾ ਦਿੱਤੀ। ਕਹਿੰਦੇ ਹਰ ਕੋ ਵਸਤੂ ਮਾਇਆ, ਜਿਹਦੇ ਕਰਕੇ ਰੱਬ ਭੁੱਲ ਜਾਵੇ। ਹੁਣ ਕਿੰਨੇ ਰੂਪ ਨੇ ਮਾਇਆ ਦੇ ਹੋ ਗਏ ਫਿਰ। ਤੇ ਭਗਤ ਸਾਹਿਬ ਕਹਿੰਦੀ ਮਾਇਆ ਪ੍ਰਬਲ ਹੀ ਇੰਨੀ ਹੈ, ਹਰ ਥਾਂ ਤੇ ਸਾਨੂੰ ਮੋਹਦੀ ਹੈ। ਤੇ ਜੇ ਸਾਨੂੰ ਉਸ ਦਾਤੇ ਦੇ ਨਾਮ ਦਾ ਆਸਰਾ ਨਾ ਹੋਵੇ ਤਾਂ ਇਹਦੇ ਸਹੀ ਜੀਵਨ ਅਸੀਂ ਜਿਉ ਨਹੀਂ ਸਕਦੇ, ਤੋਂ ਬਚਿਆ ਹੀ ਨਹੀਂ ਜਾ ਸਕਦਾ। ਰਹਾਉ ਕਉ ਕਬੀਰ ਖੋਜੋ ਅਸਮਾਨ, RAM ਸਮਾਨ ਨਾ ਦੇਖੋ ਆਨ। ਕਹਿੰਦੇ ਹੇ ਕਬੀਰ ਖੋਜੂ ਅਸਮਾਨ। ਕਹਿੰਦੇ ਮੈਂ ਆਕਾਸ਼ ਤੱਕ ਭਾਵ ਕੇ ਸਾਰੀ ਦੁਨੀਆ ਭਾਲ ਕਰ ਚੁੱਕਿਆ। ਕਹੋ ਕਬੀਰ ਖੋਜੂ ਅਸਮਾਨ, RAM ਸਮਾਨ ਨਾ ਦੇਖੋ ਆਨ। ਹੁਣ ਭਗਤ ਸਾਹਿਬ ਜੀ ਕਹਿਣ ਲੱਗੇ ਵੇਖੋ ਮੈਂ ਤਾਂ ਭਾਈ ਆਕਾਸ਼ ਤੱਕ ਭਾਵ ਕੇ ਸਾਰੀ ਦੁਨੀਆ ਨੂੰ ਖੋਜ ਕੇ ਵੇਖ ਲਿਆ, ਭਾਲ ਕਰਕੇ ਦੇਖ ਲਿਆ, ਪਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਨੂੰ ਕੋਈ ਹੋਰ ਲੱਭਿਆ ਹੀ ਨਹੀਂ। ਉਹਦੇ ਤੋਂ ਸ੍ਰੇਸ਼ਟ ਕੋਈ ਲੱਭਿਆ ਨਹੀਂ ਜਿਹੜਾ ਮਾਇਆ ਦੇ ਮੋਹ ਤੋਂ ਬਚਾ ਕੇ ਸਾਨੂੰ ਅਸਲੀ ਜੀਵਨ ਦੇ ਸਕੇ। RAM ਸਮਾਨ ਨਾ ਦੇਖੋ ਆਣ। ਕਹਿੰਦੇ ਮੈਂ ਸਾਰੀ ਦੁਨੀਆ ਵੇਖ ਲਈ, ਪਰ ਮੈਨੂੰ ਉਸ ਪਰਮਾਤਮਾ ਦੇ ਨਾਮ ਤੋਂ ਸ੍ਰੇਸ਼ਟ ਕੋਈ ਨਹੀਂ ਲੱਭਿਆ ਜਿਹੜਾ ਭਾਈ ਸਾਨੂੰ ਇਸ ਮਾਇਆ ਦੇ ਲਾਲਚ ਤੋਂ, ਇਸ ਮਾਇਆ ਦੇ ਮੋਹ ਤੋਂ ਬਚਾ ਸਕੇ ਤੇ ਅਸਲੀ ਜੀਵਨ ਸਾਨੂੰ ਦੇ ਸਕੇ। ਗੌੜੀ ਕਬੀਰ ਜੀ ਜੇ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ। ਅੱਗੇ ਹੁਣ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੇਖ ਭਲਿਆ, ਜੇ ਸਿਰ ਰਚ ਰਚ ਬਾਂਧਤ ਪਾਗ। ਕਹਿੰਦੇ ਜੇ ਸਿਰ ਦੇ ਉੱਤੇ ਮਨੁੱਖ ਸਵਾਰ ਕੇ ਪੱਗ ਬੰਨ੍ਹਦਾ ਨਾ, ਕਹਿੰਦੇ ਇੱਕ ਦਿਨ ਐਸਾ ਆਉਣਾ ਮੌਤ ਤੋਂ ਬਾਅਦ ਦਾ, ਸੋ ਸਿਰ ਚੁੰਚ ਸਵਾਰੇ ਕਾਗ। ਕਹਿੰਦੇ ਐਸਾ ਸਮਾਂ ਆਵੇਗਾ ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸਵਾਰਦੇ ਨੇ। ਆ ਕਾਂ ਦੀ ਆਦਤ ਆ ਨਾ, ਜਦੋਂ ਚੁੰਝ ਭਰ ਜਾਂਦੀ ਇਹਦੀ ਗੰਦਗੀ ਨਾਲ ਜਾਂ ਚੀਜ਼ ਫਿਰ ਇਹ ਮਾਰਦਾ ਕਿਸੇ ਚੀਜ਼ ਦੇ ਉੱਤੇ ਚੁੰਝ ਨੂੰ ਸਾਫ਼ ਕਰਨ ਵਾਸਤੇ। ਕਹਿੰਦੇ ਆਹ ਹਾਲ ਹੋਵੇਗਾ ਜਿਸ ਸਿਰ ਦੇ ਉੱਤੇ ਬੜੇ ਹੀ ਸਵਾਰ ਕੇ ਤੂੰ ਪੱਗ ਬੰਨ੍ਹਦਾ, ਸੋ ਸਿਰ ਚੁੰਚ ਸਵਾਰੇ ਕਾਗ। ਕਹਿੰਦੇ ਜਿੱਦੇ ਮੌਤ ਆਈ, ਮੌਤ ਤੋਂ ਬਾਅਦ ਇਸੇ ਤਰ੍ਹਾਂ ਹੀ ਹੋਵੇਗਾ, ਉਸ ਸਿਰ ਨੂੰ ਆਪਣੀਆਂ ਚੁੰਝਾਂ ਨਾਲ ਸਵਾਰਦੇ ਨੇ। ਇਸ ਤਨ ਧਨ ਕੋ ਕਿਆ ਗਰਬਈਆ, RAM ਨਾਮ ਕਾਹੇ ਨਾ ਦ੍ਰਿੜੀਆ। ਤੇ ਕਹਿੰਦੇ ਭਾਈ ਇਸ ਸਰੀਰ ਦਾ, ਇਸ ਤਨ ਧਨ, ਗਰਬਈਆ ਗਰਭ, ਹੰਕਾਰ ਹਉਮੈ। ਕਹਿੰਦੇ ਭਲਿਆ ਦੱਸ
ਇਸ ਸਰੀਰ ਦਾ ਤੇ ਇਸ ਤਨ ਦਾ ਕੀ ਮਾਣ ਕਰਦਾ, ਕਾਹਦਾ ਮਾਣ ਕਰਦਾ? ਨਾ ਸਰੀਰ ਤੇਰਾ ਇਹ ਨਾਲ ਜਾਣਾ, ਨਾ ਧਨ ਤੇਰੇ ਨਾਲ ਜਾਣਾ, ਨਾ ਸਰੀਰ ਤੇਰਾ ਤੇ ਨਾ ਧਨ ਤੇਰਾ, ਫਿਰ ਮਾਣ ਕਾਹਦਾ? ਮਾਣ ਤਾਂ ਉਹਦਾ ਕਰਿਆ ਕਰ ਜਿਹੜਾ ਤੇਰਾ ਹੈ, ਤੇ ਜਿਹੜਾ ਤੇਰਾ ਤੂੰ ਉਹਨੂੰ ਆਪਣਾ ਮੰਨਣ ਨੂੰ ਤਿਆਰ ਨਹੀਂ। ਤੇਰਾ ਤੇ ਹੈ ਕੇਵਲ ਰੱਬ ਪਰਮਾਤਮਾ, ਉਹਨੂੰ ਤੂੰ ਆਪਣਾ ਮੰਨਣ ਨੂੰ ਤਿਆਰ ਨਹੀਂ, ਫਿਰ ਮਾਣ ਕਿਹੜੀ ਗੱਲ ਦਾ ਕਰਨਾ ਹੈ? ਇਸ ਤਨ ਧਨ ਕੋ ਕਿਆ ਗਰਵਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ। ਭਗਤ ਸਾਹਿਬ ਜੀ ਕਹਿਣ ਲੱਗੇ, ਭਲਿਆ ਇਸ ਸਰੀਰ ਦਾ, ਇਸ ਤਨ ਦਾ ਤੇ ਨਾਲ ਹੀ ਇਸ ਧਨ ਦਾ ਕੀ ਮਾਣ ਕਰਦਾ? ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ ਤੂੰ? ਜਿਹੜਾ ਤੇਰਾ ਆਪਣਾ ਉਹਦਾ ਨਾਮ ਸਿਮਰਿਆ ਕਰ। ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਅਖੀਰ ਵਿੱਚ ਭਗਤ ਸਾਹਿਬ ਜੀ ਕਹਿਣ ਲੱਗੇ, ਹੇ ਮੇਰੇ ਮਨਾ ਸੁਣ। ਹੁਣ ਸਮਝਾਉਣਾ ਕੀਤਾ, ਕਹਿੰਦੇ ਆਹ ਸਾਰਾ ਕੁਝ ਜੋ ਦੱਸਿਆ ਨਾ, ਇਹ ਤੇਰੇ ਨਾਲ ਵੀ ਵਾਪਰਨਾ ਹੈ। ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਪੜੋਸੀ ਕੇ ਜੋ ਹੋਵਾ ਤੂੰ ਆਪਣੇ ਵੀ ਜਾਣ। ਜਿਹੜਾ ਤੇਰੇ ਪੜੋਸੀ ਗਵਾਂਢੀ ਦੇ ਘਰ ਵਿੱਚ ਹੋਇਆ ਨਾ, ਤੇਰੇ ਨਾਲ ਵੀ ਹੋਣ ਵਾਲਾ ਹੈ। ਉਹ ਜਿਹੜੀ ਮੌਤ ਤੇਰੇ ਗਵਾਂਢੀ ਦੇ ਘਰ ਵਿੱਚ ਆਈ, ਉਹ ਤੇਰੇ ਘਰ ਵਿੱਚ ਵੀ ਦਸਤਕ ਦੇਣ ਵਾਲੀ ਹੈ। ਇਸ ਕਰਕੇ ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਾਲ ਹੋਏਗੇ ਤੇਰੇ। ਕਹਿੰਦੇ ਹੇ ਕਬੀਰ, ਇਹ ਆਖਦਾ ਕਿ ਹੇ ਮੇਰੇ ਮਨਾ ਸੁਣ, ਮੌਤ ਆਉਣ ਤੇ ਤੇਰੇ ਨਾਲ ਵੀ ਇਹੋ ਕੁਝ ਹੋਣਾ ਜਿਹੜਾ ਦੂਸਰਿਆਂ ਨਾਲ ਹੋ ਰਿਹਾ ਵਾ। ਭਾਵ ਕਿ ਇਸ ਧਨ ਦਾ ਜਾਂ ਇਸ ਤਨ ਦਾ, ਇਸ ਸਰੀਰ ਦਾ ਮਾਣ ਕਰਨਾ ਬੇਸਮਝੀ, ਕਿਉਂਕਿ ਦੋਨੇ ਸਾਡੇ ਆਪਣੇ ਨਹੀਂ। ਕੋਈ ਵੀ ਇਸ ਜੀਵ ਦੇ ਨਾਲ ਨਹੀਂ ਨਿਭਦਾ, ਤੇ ਜਿਹੜਾ ਨਾਲ ਨਿਭਦਾ ਉਹਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ। ਪ੍ਰਭੂ ਦਾ ਨਾਮ ਹੀ ਸੱਚਾ ਸਾਥੀ ਹੈ। ਇਸ ਕਰਕੇ ਭਗਤ ਸਾਹਿਬ ਜੀ ਕਹਿੰਦੇ, ਭਾਈ ਇਹਨਾਂ ਦਾ ਹੰਕਾਰ, ਮਨ ਦਾ, ਧਨ ਦਾ ਤੇ ਤਨ ਦਾ ਹੰਕਾਰ ਕਰਨ ਦੀ ਥਾਂ ਤੇ ਉਸ ਅਕਾਲ ਪੁਰਖ ਦਾਤੇ ਦਾ ਨਾਮ ਜਪੀਏ, ਜੋ ਹਮੇਸ਼ਾ ਹੀ ਸਾਡਾ ਸਾਥੀ ਹੈ ਜੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਸਾਧ ਸੰਗਤ ਜੀਓ, ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਭੁੱਲਾਂ ਹੋ ਜਾਂਦੀਆਂ ਨੇ। ਆਪ ਸਾਧ ਸੰਗਤ ਬਖਸ਼ਣਯੋਗ ਹੋ ਜੀ। ਹੋਈਆਂ ਅਨੇਕ ਭੁੱਲਾਂ ਨੂੰ ਬਖਸ਼ ਲੈਣਾ। ਆਓ ਆਨੰਦ ਸਾਹਿਬ 6 ਪੌੜੀਆਂ ਦਾ ਜਾਪ ਅਪਰੰਤ ਅਰਦਾਸ ਬੇਨਤੀ ਨਾਲ ਪੜ੍ਹਨਾ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਵੈ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਅਰਣਾ ਰਹੋ। ਤੂੰ ਮਨ ਮੇਰੇ ਦੁਖ ਸਭ ਸਾਰਨਾ। ਅੰਗੀਕਾਰੋ ਕਰੇ ਤੇਰਾ ਆਕਾਰ, ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੁ ਕਿਉ ਮਨ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਏ। ਧਰਤਾ ਤੇਰਾ ਸਭ ਕੁਝ ਜਿਸ ਦੇਸੂ ਪਾਵੇ। ਸਦਾ ਸਿਲਸਿਲਾ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਏ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ। ਜਿਹਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ, ਸਭ ਤਰੁ ਮੈਂ ਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸੌ ਤਿਤ ਘਰ ਸੁਭਾਗਾਏ। ਘਰ ਸੁਭਾਗੇ ਸੌਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਾਂ ਸੁਖ ਹੋਵਾ, ਤਿਤ ਕਾਰਿ ਅਨਹਦ ਵਾਜੇ। ਆਨੰਦ
ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਆਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸਨ ਤਾਪ ਉਤਰੇ, ਸੁਣੀ ਸੱਚੀ ਹੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਾਤ। ਦਿਵਸ ਰਾਤ ਦੁਇ ਦਾਈ ਦਾਇਆ, ਖਿਲਾਏ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚਾਏ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ।